ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਨਦਰ ਦੇ ਸਦਕਾ ਇਹਨਾਂ ਪਾਵਨ ਦੀਵਾਨਾਂ ਦੇ ਅੰਦਰ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਸ਼ਹਾਦਤ ਨੂੰ ਨਮਨ ਕਰਨ ਲਈ ਸ਼ੀਤਲਤਾ ਦੇ ਪੁੰਜ ਹਲੀਮੀ ਔਰ ਸੰਸਾਰ ਦੀ ਝੋਲੀ ਵਿੱਚ ਪਰਿਪੂਰਨ ਪਰਮਾਤਮਾ ਦੀ ਭੈ ਭਾਵਨੀ ਔਰ ਭਾਣੇ ਵਿੱਚ ਚੱਲਣ ਦੀ ਜਾਂਚ ਸਿਖਾਉਣ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੇ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਇਹਨਾਂ ਪਾਵਨ ਦੀਵਾਨਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਆਓ ਗੁਰੂ ਦੀ ਅਸੀਸ ਦੇ ਸਦਕਾ ਸਾਧ ਸੰਗਤ ਜੋ ਸਮਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਸਭ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਲਾਸ਼ਾਨੀ ਸ਼ਹਾਦਤ ਜਿਨੇ ਸਮੁੱਚੀ ਮਨੁੱਖਤਾ ਦੇ ਹਿਰਦਿਆਂ ਦੇ ਅੰਦਰ ਧਰਮ ਦੀ ਇੱਕ ਨਵੀਂ ਸੋਚ ਨੂੰ ਜਨਮ ਦਿੱਤਾ, ਧਰਮ ਦੇ ਨਵੇਂ ਮਾਇਨਿਆਂ ਨੂੰ ਜਨਮ ਦਿੱਤਾ। ਆਓ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਸ ਸ਼ਹਾਦਤ ਦੇ ਕੀ ਕਾਰਨ ਸਨ, ਆਪਾਂ ਅੱਜ ਇਹਨਾਂ ਦੀਵਾਨਾਂ ਦੇ ਅੰਦਰ ਸਮੇਂ ਦੇ ਵਿੱਚ ਰਹਿ ਕੇ ਸਤਿਗੁਰਾਂ ਦੀ ਸ਼ਹਾਦਤ ਦੇ ਕਾਰਨਾਂ ਨੂੰ ਜਾਣਨ ਦਾ ਯਤਨ ਕਰਨਾ ਹੈ। ਆਓ ਆਪ ਜਿੰਨੇ ਤਨ ਗੁਰੂ ਦੀ ਗੋਦ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਜਦੋਂ ਅਸੀਂ ਪਰਮਾਤਮਾ ਰੱਬ ਜੀ ਨਾਲ ਜੁੜੇ ਹੋਏ ਮਨੁੱਖ ਦੀ ਗੱਲ ਕਰਨੇ ਆ ਤੇ ਸਤਿਗੁਰ ਕਹਿੰਦੇ ਨੇ ਅਸਲ ਵਿੱਚ ਜਗਤ ਵਿੱਚ ਉਹ ਹੀ ਸੂਰਮਾ ਹੈ ਜਿਸ ਮਨੁੱਖ ਦੇ ਅੰਦਰ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ। ਇਹੀ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨੇ। ਸਭ ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਜਿੰਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋਇਆ ਉਹ ਸੂਰਮਾ ਹੈ। ਸੂਰਮੇ ਦੀ ਪਰਿਭਾਸ਼ਾ ਦੁਨਿਆਵੀ ਤਲ ਤੇ ਸਰੀਰ ਕਿਸੇ ਦਾ ਸੁਡੋਲ ਹੋਵੇ ਜਾਂ ਕੋਈ ਮੈਦਾਨੇ ਜੰਗ ਵਿੱਚ ਜੂਝਣ ਦੀ ਜਾਂਚ ਸਿੱਖ ਲੈਂਦਾ ਹੋਵੇ, ਉਹਨੂੰ ਕਿਹਾ ਜਾਂਦਾ ਸੀ ਇਹ ਬੰਦਾ ਬੜਾ ਸੂਰਮਾ ਹੈ, ਇਹ ਕਿਸੇ ਤੋਂ ਭੈ ਭੀਤ ਨਹੀਂ ਹੁੰਦਾ, ਇਹ ਮੈਦਾਨੇ ਜੰਗ ਵਿੱਚ ਜੂਝਦਾ ਹੈ। ਪਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਸੂਰਮਾ ਹੈ, ਇਸ ਗੱਲ ਵਿੱਚ ਕੋਈ ਦੋਰਾਵਾ ਨਹੀਂ। ਪਰ ਅਸਲ ਸੂਰਮਾ ਉਹ ਹੈ ਜਿਹੜਾ ਸੱਚ ਤੇ ਹੱਕ ਦੀ ਲੜਾਈ ਲਈ ਖੜਾ ਹੋ ਜਾਏ, ਜਿੰਦੇ ਅੰਦਰ ਸੱਚ ਵਿੱਚ ਧਰਮ ਜਿਹੜਾ ਹੈ ਉਹ ਸਿਖਰਤਾ ਤੇ ਪਹੁੰਚ ਜਾਏ ਤੇ ਜਦੋਂ ਸੱਚ ਤੇ ਹੱਕ ਲਈ ਖੜਾ ਹੋ ਜਾਏ ਉਹ ਸੱਚ ਹੱਕ ਲਈ ਆਪਣੇ ਤਨ ਦਾ ਠੀਕਰ ਵੀ ਭੰਨ ਦੇ ਪਰ ਪਿੱਛੇ ਨਾ ਹਟੇ। ਵੇਖੋ, ਜਦੋਂ ਅਸੀਂ ਸ਼ਹਾਦਤ ਸ਼ਬਦ ਦੇ ਅਰਥ ਕਰਨੇ ਆ ਵੀ ਸ਼ਹੀਦ ਸ਼ਬਦ ਦੇ ਅਰਥ ਕੀ ਨੇ, ਮੈਂ ਖਿਨ ਮਾਤਰ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਕਰਦੇ ਜਾਵਾਂ, ਕਿਉਂਕਿ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ।
ਤੇ ਸ਼ਹੀਦਾਂ ਦੇ ਸਿਰਤਾਜ ਦਾ ਭਾਵੇਂ ਜੋ ਸ਼ਹੀਦਾਂ ਦੇ ਅੰਦਰੋਂ ਸਿਰਮੌਰ ਸ਼ਹੀਦ ਹੋਵੇ। ਸ਼ਹੀਦ ਸ਼ਬਦ ਦੇ ਜਦੋਂ ਅਰਥ ਕੀਤੇ ਜਾਂਦੇ ਨੇ ਵਿਦਵਾਨ ਸੱਜਣਾ ਨੇ, ਇਹਦੇ ਜਿਹੜੇ ਅਰਥ ਕੀਤੇ ਨੇ ਉਹ ਇਹ ਨੇ ਕਿ ਸ਼ਹੀਦ ਉਸ ਮਨੁੱਖ ਨੂੰ ਆਖਿਆ ਜਾਂਦਾ ਹੈ ਜਿਹੜਾ ਸੱਚ ਤੇ ਹੱਕ ਦੇ ਲਈ ਆਪਣੇ ਤਨ ਦਾ ਠੀਕਰ ਭੰਨ ਕੇ ਸੰਸਾਰ ਦੇ ਸਾਹਮਣੇ ਸੱਚ ਦੀ ਗਵਾਹੀ ਦੇ ਕੇ ਜਾਏ। ਉਹਨੂੰ ਸੰਸਾਰ ਦੇ ਤਖਤੇ ਤੇ ਸ਼ਹੀਦ ਆਖਿਆ ਜਾਂਦਾ ਹੈ। ਸ਼ਹੀਦ ਦਾ ਰੁਤਬਾ ਬੜਾ ਉੱਚਾ ਹੈ। ਸਾਧ ਸੰਗਤ, ਕਿਸੇ ਅਦੀਬ ਨੇ ਬਹੁਤ ਸੋਹਣੇ ਬਚਨ ਲਿਖੇ ਨੇ। ਉਹ ਕਹਿੰਦਾ ਸ਼ਹੀਦ ਕੀ ਜੋ ਮੌਤ ਹੈ वो कौम की हयात है। ਸ਼ਹੀਦ ਦੀ ਜਿਹੜੀ ਮੌਤ ਹੈ ਉਹ ਕੌਮ ਦੇ ਲਈ ਜੀਵਨ ਹੁੰਦਾ ਹੈ। ਸ਼ਹੀਦ ਦੀ ਮੌਤ ਵਿੱਚੋਂ ਕੌਮਾਂ ਨੂੰ ਜੀਵਨ ਦਾ ਅਸਲ ਮੀਨਿੰਗ ਸਮਝ ਵਿੱਚ ਆਉਂਦਾ ਹੈ ਵੀ ਜੀਵਨ ਕਿਹਨੂੰ ਕਹਿੰਦੇ ਨੇ। ਪਰ ਉਹ ਕਹਿੰਦਾ ਸਿਰਫ ਇੰਨਾ ਹੀ ਨਹੀਂ, शहीद की जो मौत है वो कौम की हयात है। हयात तो हयात है, वो मौत भी हयात है। असल विच वो मौत भी जीवन का सोमा है। उस मौत दे विचों भी बहुते लोकां नूं संसार विच जीवन जीण दी प्रेरणा मिलती है। शहीद दी मौत भी जीवन दे के जाती है। इसे करके किसी सज्जन ने, अदीब ने बहुत प्यारे बचन लिखे। कहने लगे शहीद की मौत से क्या बेहतर काबा, शहीद की खाक पे तो खुदा भी कुर्बान होता है। शहीद की मौत तो चंगा कोई भी अस्थान नहीं जिथे शहीद दा खून डुलदा है, जिथे कोई शहादत दा जाम पींदा है। उस मिट्टी नूं सिजदा कर दिओ। सच विच वो मिट्टी नूं सिजदा करना ही परमात्मा नूं सिजदा करना है। धन गुरु अर्जुन देव पातशाह जी, जदों आपां सतगुरां दा जीवन पढ़ने आ, ਉਹ ਕਿਹੜਾ ਸ਼ਨ ਸੀ ਜਦੋਂ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਪਾਉਣ ਦਾ ਯਤਨ ਨਹੀਂ ਕੀਤਾ ਗਿਆ। ਸਾਧ ਸੰਗਤ, ਇੱਕ ਨਹੀਂ ਅਨੇਕਾਂ ਵਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਪਾਉਣ ਦਾ ਯਤਨ ਕੀਤਾ ਗਿਆ। ਪਰ ਤਤੀ ਤਵੀ ਤੇ ਬੈਠ ਕੇ ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੇ ਗੀਤ ਗਾਣ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਨੂੰ ਜੀਵਨ ਦੇ ਕਿਸੇ ਵੀ ਪੜਾਅ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹਿਰਦਿਆਂ ਨੂੰ ਕੋਈ ਤਪਾ ਨਹੀਂ ਸਕਿਆ। ਵੇਖੋ, ਅਸੀਂ ਸਿਰਫ ਜ਼ਿਕਰ ਕਰਨਾ ਸਤਿਗੁਰ ਦੀ ਸ਼ਹੀਦੀ ਦੇ ਕਾਰਨ ਦਾ। ਮੈਂ ਸਾਧ ਸੰਗਤ ਬਹੁਤੀ ਡਿਟੇਲ ਵਿੱਚ ਇਤਿਹਾਸ ਵੱਲ ਨਹੀਂ ਜਾਣਾ, ਕਿਉਂਕਿ ਸਮੇਂ ਵਿੱਚ ਰਹਿ ਕੇ ਆਪਾਂ ਇਸ ਸਤਿਗੁਰ ਦੇ ਪਾਵਨ ਸ਼ਹੀਦੀ ਦੇ ਕਾਰਨ ਨੂੰ ਜਾਣਨ ਦਾ ਯਤਨ ਕਰਨਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਸਤਿਗੁਰ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪਣੇ ਸਪੁੱਤਰ, ਸਭ ਤੋਂ ਛੋਟੇ ਪੁੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦਿੰਦੇ ਨੇ। ਤੇ ਬਾਬਾ ਪਿਰਥੀ ਚੰਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਨੇ। ਅਸੀਂ ਸਭ ਜਾਣਦੇ ਹਾਂ ਵੀ ਇਸ ਗੱਲ ਦੇ ਕਾਰਨ ਬਾਬਾ ਪਿਰਥੀ ਚੰਦ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਝਗੜਾ ਵੀ ਕੀਤਾ। ਗੁਰੂ ਰਾਮਦਾਸ ਪਿਤਾ ਜੀ ਨੇ ਉਹ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਕੀਤੇ ਨੇ। ਸਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਪੁੱਤਰ, ਪਿਓ ਨਾਲ ਝਗੜਾ ਕਰਨਾ ਹੈ। ਇੱਕ ਗੱਲ ਚੇਤੇ ਰੱਖ, ਜਿਹੜੇ ਪਿਓ ਨਾਲ ਝਗੜਾ ਕਰਦੇ ਨੇ ਕਿਸੇ ਗੱਲ ਕਰਕੇ, ਬਾਪ ਦੇ ਨਾਲ ਝਗੜਾ ਕਰਨਾ, ਬਾਪ ਦੇ ਨਾਲ, ਬਾਪ ਦੀ ਪੱਤ ਨੂੰ ਸੰਸਾਰ ਵਿੱਚ ਰੋਲਣਾ, ਝਗੜਾ ਕਰਨਾ, ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਾਪ ਹੈ। ਇਸ ਪਾਪ ਨੂੰ ਕਮਾਉਣ ਵਾਲਾ ਬੰਦਾ ਕਦੀ ਵੀ ਸੰਸਾਰ ਵਿੱਚ ਆਪਣੇ ਜੀਵਨ ਦੀ ਯਾਤਰਾ ਨੂੰ ਕਿਸੇ ਢੰਗ ਨਾਲ ਵੀ ਸਫਲ ਨਹੀਂ ਕਰ ਸਕਦਾ। ਹੁਣ ਇਹਨਾਂ ਸ਼ਬਦਾਂ ਦੇ ਅੰਦਰ ਧੰਨ ਗੁਰੂ ਰਾਮਦਾਸ ਜੀ ਨੇ ਬੜਾ ਵੱਡਾ ਸੁਨੇਹਾ ਦਿੱਤਾ ਹੈ ਸਮੁੱਚੀ ਲੋਕਾਈ ਨੂੰ। ਜਦੋਂ ਪੁੱਤਰ ਆਪਣੇ ਬਾਪ ਦੇ ਬਰਾਬਰ ਹੋ ਜਾਏ,
ਫਿਰ ਪੁੱਤਰ ਯਤਨ ਕਰਦਾ ਹੈ। ਉਹ ਕਈ ਵਾਰੀ ਆਪਣੀ ਸਿਆਣਪ ਨੂੰ ਅੱਗੇ ਰੱਖ ਕੇ ਬਾਪ ਦੀ ਗੱਲ ਨੂੰ ਨਕਾਰ ਦਿੰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਪੁੱਤਰ ਪਿਓ ਨਾਲ ਝਗੜਨਾ। ਜਿਹੜੇ ਪੁੱਤਰ ਪਿਓ ਨਾਲ ਝਗੜਦੇ ਨੇ ਉਹਨਾਂ ਦੇ ਜੀਵਨ ਵਿੱਚ ਇਹੋ ਜਿਹਾ ਪਾਪ ਉਹ ਝਗੜਾ ਪੈਦਾ ਕਰਦਾ ਹੈ ਕਿ ਉਹ ਇਸ ਪਾਪ ਤੋਂ ਸਾਰੀ ਜ਼ਿੰਦਗੀ ਵੀ ਬਚ ਨਹੀਂ ਸਕਦੇ। ਇਹ ਪਾਪ ਹੀ ਉਹਨਾਂ ਦੇ ਲਈ ਮੌਤ ਦਾ ਕਾਰਨ ਬਣ ਜਾਂਦਾ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਬਚਨ ਕਹੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਹਿਲਾ ਸਮਾਂ ਆਇਆ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਧਰੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹਰਮੰਦਰ ਸਾਹਿਬ ਦੇ ਅੰਦਰ ਸਰੋਵਰ ਦੀ ਉਸਾਰੀ ਆਰੰਭ ਕਰਵਾਈ। ਮੇਰੇ ਸਤਿਗੁਰ ਨੇ ਸਰੋਵਰ ਬਣ ਰਿਹਾ ਹੈ ਤੇ ਇਧਰੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੰਦੇ ਨੇ। ਇਸ ਅਸਥਾਨ ਤੇ ਪਾਵਨ ਹਰਮੰਦਰ ਸਾਹਿਬ ਗੁਰੂ ਕੇ ਚੱਕ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਪੁੱਤਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੁਸੀਂ ਕਿਰਪਾ ਕਰੋ ਮੈਨੂੰ ਗੋਇੰਦਵਾਲ ਸਾਹਿਬ ਲੈ ਜਾਓ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਗੋਇੰਦਵਾਲ ਆਉਂਦੇ ਨੇ। ਇੱਥੇ ਇੱਕ ਰਾਤ ਰਹਿਣ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ। ਜਿਸ ਵੇਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ 1581 ਵਿੱਚ, ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਵੇਲੇ ਬਾਬਾ ਪਿਰਥੀ ਚੰਦ ਇਹ ਇਲਜ਼ਾਮ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉੱਪਰ ਲਾਉਂਦੇ ਨੇ ਕਿ ਕੱਲ ਤੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਬਿਲਕੁਲ ਭਲੇ ਚੰਗੇ ਸਨ ਜਦੋਂ ਅੰਮ੍ਰਿਤਸਰ ਦੀ ਧਰਤੀ ਤੋਂ ਗਏ ਨੇ, ਤੇ ਕੀ ਗੱਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇੱਕ ਦਿਨ ਬਾਅਦ ਜੋਤੀ ਜੋਤ ਸਮਾ ਜਾਂਦੇ ਨੇ ਤੇ ਪਿਰਥੀ ਚੰਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਮੇਰੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜ਼ਹਿਰ ਦੇ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਾਰ ਦਿੱਤਾ ਹੈ ਤਾਂ ਕਿ ਉਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲ ਜਾਏ। ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀ ਹਯਾਤੀ ਵਿੱਚ ਜ਼ਿੰਮੇਵਾਰੀ ਦੇ ਕੇ ਗਏ ਨੇ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਸਾਰੇ ਰਿਸ਼ਤੇਦਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਆਉਂਦੇ ਨੇ, ਇੱਥੇ ਫਿਰ ਪਗੜੀ ਦੀ ਜਿਹੜੀ ਰਸਮ ਹੈ ਉਹ ਨਿਭਾਈ ਜਾਂਦੀ ਹੈ। ਗੱਦੀ ਦਾ ਤਿਲਕ ਦਿੱਤਾ ਜਾਂਦਾ ਹੈ, 2 ਪੱਗਾਂ ਲਿਆਈਆਂ ਜਾਂਦੀਆਂ ਨੇ। ਵੱਡੇ ਭਰਾ ਜ਼ਿੰਮੇਦਾਰੀ ਦੀ ਦਸਤਾਰ ਬਾਬਾ ਪਿਰਥੀ ਚੰਦ ਦੇ ਸਿਰ ਤੇ ਸਜਾਈ ਜਾਂਦੀ ਹੈ। ਗੁਰਤਾ ਗੱਦੀ ਦੀ ਜ਼ਿੰਮੇਦਾਰੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦਸਤਾਰ ਉਸ ਸਿਰ ਤੇ ਸਜਾਈ ਜਾਂਦੀ ਹੈ। ਜਿਸ ਵੇਲੇ ਦਸਤਾਰ ਸਿਰ ਤੇ ਸਜਾਣ ਲੱਗੇ ਨੇ ਉਸ ਵੇਲੇ ਬਾਬਾ ਪਿਰਥੀ ਚੰਦ ਇਸ ਗੱਲ ਦਾ ਦਾਅਵਾ ਕਰਦਾ ਹੈ ਵੀ ਇਸ ਗੱਦੀ ਤੇ ਹੱਕ ਮੇਰਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਹਿਲੀ ਵਾਰ ਬਾਬਾ ਪਿਰਥੀ ਚੰਦ ਵੱਡੇ ਭਰਾ ਨੇ ਤਪਾਉਣ ਦਾ ਯਤਨ ਕੀਤਾ, ਇਹ ਕਹਿ ਕੇ ਵੀ ਮੇਰੇ ਪਿਤਾ ਗੁਰੂ ਰਾਮਦਾਸ ਜੀ ਦੀ ਮੌਤ ਦਾ ਕਾਰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਇਹਨਾਂ ਨੇ ਜ਼ਰੂਰ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਪਿਤਾ ਜੀ ਨੂੰ ਜ਼ਹਿਰ ਦੇ ਕੇ ਸ਼ਹੀਦ ਕੀਤਾ ਹੈ, ਜ਼ਹਿਰ ਦੇ ਕੇ ਮਾਰਿਆ ਹੈ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੌਤ ਤੋਂ ਬਾਅਦ ਇਹੋ ਜਿਹੇ ਬੋਲ ਸੁਣ ਕੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਭਰਾ ਦੇ ਪ੍ਰਤੀ ਇੱਕ ਵੀ ਖਰਵਾ ਬੋਲ ਨਹੀਂ ਬੋਲਦੇ। ਸਤਿਗੁਰ ਜੀ ਬੜੀ ਅਡੋਲ ਅਵਸਥਾ ਵਿੱਚ ਸਹਿਜ ਦੇ ਵਿੱਚ ਜੀਵਨ ਜਿਉਂਦੇ ਨੇ। ਜਦੋਂ ਗੱਦੀ ਦੀ ਗੱਲ ਆਈ, ਜ਼ਿੰਮੇਦਾਰੀ ਦੀ ਗੱਲ ਆਈ, ਜਦੋਂ ਦਸਤਾਰ ਦੀ ਗੱਲ ਆਈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਬਚਨ ਕੇ ਭਰਾਤਾ, ਦਸਤਾਰ ਦੇ ਲਈ ਪਗੜੀ ਦੇ ਲਈ ਲੜਨਾ ਕਾਂਦਾ। ਜੇ ਤੁਸੀਂ ਗੁਰਤਾ ਗੱਦੀ ਤੇ ਬਹਿਣਾ ਚਾਹੁੰਦੇ ਹੋ ਤੇ ਇਹ ਗੁਰਤਾ ਗੱਦੀ ਤੁਹਾਨੂੰ ਮੁਬਾਰਕ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਲਾਣੇ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੰਨੇ ਬਚਨ ਕਹਿ ਕੇ ਗੋਇੰਦਵਾਲ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਆ ਜਾਂਦੇ ਨੇ। ਪਰ ਧਿਆਨ ਦੇਣਾ, ਜਿਸ ਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਸ ਗੁਰੂ ਨੂੰ ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਪਣੀ ਹਯਾਤੀ ਵਿੱਚ ਜ਼ਿੰਮੇਵਾਰੀ ਦੇ ਕੇ ਗਏ ਨੇ, ਉਹ ਅਸਲ ਵਿੱਚ ਸੰਗਤਾਂ ਸਭ ਕੁਝ ਜਾਣਦੀਆਂ ਸਨ। ਇਹੀ ਕਾਰਨ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਮ੍ਰਿਤਸਰ ਆਉਣ ਤੋਂ ਬਾਅਦ ਸੰਗਤਾਂ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਅੰਮ੍ਰਿਤਸਰ ਆ ਜਾਂਦੀਆਂ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਵੀ ਅਡੋਲ ਰਹੇ।
ਦੂਸਰੀ ਵਾਰ ਜਿਸ ਵੇਲੇ ਧੰਨ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ 1695 ਈਸਵੀ ਨੂੰ ਧੰਨ ਗੁਰੂ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਨੇ ਕਿਰਪਾ ਕਰ ਪੁੱਤਰ ਦੀ ਦਾਤ ਬਖਸ਼ੀ ਬਾਲ ਹਰਗੋਬਿੰਦ ਰਾਏ ਦੇ ਰੂਪ ਵਿੱਚ ਇੱਥੇ ਫਿਰ ਪ੍ਰਿਥੀ ਚੰਦ ਨੇ ਯਤਨ ਕੀਤਾ, ਇੱਕ ਵਾਰ ਨਹੀਂ। ਇਤਿਹਾਸ ਲਿਖਦਾ ਹੈ ਪ੍ਰਿਥੀ ਚੰਦ ਨੇ 4 ਵਾਰ ਯਤਨ ਕੀਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਭਾਵ ਆਪਣੇ ਘਰ ਦੇ ਅੰਦਰ ਆਪਣੇ ਜਿਹੜਾ ਸਤਿਗੁਰੂ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਬਾਲ ਹਰਗੋਬਿੰਦ ਰਾਏ ਜੀ, ਜਿਨ੍ਹਾਂ ਨੂੰ ਇਸ ਸੰਸਾਰ ਤੇ ਆਉਣ ਵਾਲੇ ਸਮੇਂ ਵਿੱਚ ਉਹ ਵੇਖ ਰਹੇ ਸਨ ਵੀ ਨਿਆਮਤਾਂ ਗੁਰੂ ਨਾਨਕ ਦੇ ਘਰ ਦੀਆਂ ਮਿਲਣਗੀਆਂ। ਹਾਲਾਂਕਿ ਪ੍ਰਿਥੀ ਚੰਦ ਦੇ ਮਨ ਵਿੱਚ ਇਹ ਖਿਆਲ ਸੀ ਇੰਨੇ ਸਾਲ ਵਿਆਹ ਨੂੰ ਹੋ ਗਏ ਨੇ, ਇਹਨਾਂ ਨੇ ਉਤਰੇ ਮਰ ਜਾਣਾ ਹੈ ਗੱਦੀ ਤੇ, ਫਿਰ ਇੱਕ ਦਿਨ ਮੇਰੇ ਪੁੱਤਰ ਨੂੰ ਮਿਲਣੀ ਹੈ। ਇਹਨਾਂ ਨੂੰ ਗੱਦੀ ਦੀ ਜ਼ਿੰਮੇਵਾਰੀ ਲੈ ਕੇ ਮਿਲਿਆ ਵੀ ਕੀ ਹੈ, ਇਹਨਾਂ ਨੇ ਤੇ ਇਸੇ ਤਰ੍ਹਾਂ ਮਰ ਜਾਣਾ ਹੈ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਹੋਈ, ਸਾਧ ਸੰਗਤ ਮੈਂ ਬੇਨਤੀ ਕਰਦਿਆਂ ਆਮਦ ਤੋਂ ਬਾਅਦ ਹੁਣ ਖਿਆਲ ਕਰਿਓ ਆਪਣੇ ਹੀ ਭਤੀਜੇ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਬਾਲ ਗੁਰੂ ਹਰਗੋਬਿੰਦ ਰਾਏ ਨੂੰ ਬਾਬਾ ਪ੍ਰਿਥੀ ਚੰਦ ਇੱਕ ਵਾਰ ਨਹੀਂ 4 ਵਾਰ ਯਤਨ ਕਰਦਾ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਧੰਨ ਬਾਲ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਨੂੰ ਮਾਰਨ ਦਾ। ਇਹ 4 ਵਾਰੀ ਇਹਦਾ ਪਾਜ ਉਗੜਦਾ ਹੈ। 4 ਵਾਰੀ ਦਾਈ ਫੱਤੋ ਬ੍ਰਾਹਮਣ ਜਿਨਨੇ ਦਹੀਂ ਦੇ ਅੰਦਰ ਜ਼ਹਿਰ ਮਿਲਾਇਆ, ਉਹ ਇਨਸਾਨ ਪੰਡਤ ਬ੍ਰਾਹਮਣ ਮੁੱਲਾ ਜਿਹੜਾ ਆਇਆ ਗੁਰੂ ਸਾਹਿਬ ਜੀ ਦੇ ਘਰ ਦੇ ਅੰਦਰ, ਬ੍ਰਾਹਮਣ ਜਿਨੇ ਹੱਥ ਜਿਹੜਾ ਸਪੇਰਾ ਬਣ ਕੇ ਆਇਆ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ, ਉਹਨੇ ਵੀ ਮਰਦਿਆਂ ਇਹ ਗੱਲ ਕਹੀ ਸੀ ਵੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੁਪੁੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ੀਤਲਤਾ ਦੀ ਪੁੰਜ ਨਿਮਰਤਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਸਭ ਕਾਰਾ ਕਰਵਾਉਣ ਵਾਲੇ ਤੁਹਾਡੇ ਵੱਡੇ ਭਰਾਤਾ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੰਨਾ ਕੁਝ ਸੁਣਨ ਤੋਂ ਬਾਅਦ ਵੀ ਅਡੋਲ ਰਹੇ। ਸਾਹਿਬਾਂ ਨੇ ਇੱਕ ਬੋਲ ਵੀ ਆਪਣੀ ਜ਼ੁਬਾਨ ਤੋਂ ਰਸਨਾ ਤੋਂ ਨਹੀਂ ਬੋਲਿਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਇੰਨਾ ਕੁਝ ਸੁਣਨ ਤੋਂ ਬਾਅਦ ਵੇਖੋ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਜਦਾ ਕਰੀਏ। ਸਤਿਗੁਰੂ ਕਿੰਨੀ ਕੁ ਤੁਹਾਡੇ ਅੰਦਰ ਅਡੋਲਤਾ ਹੈ, ਹਰ ਥਾਂ ਤੇ ਯਤਨ ਕੀਤਾ ਜਾ ਰਿਹਾ ਤੁਹਾਡੇ ਹਿਰਦੇ ਨੂੰ ਤਪਾਉਣ ਦਾ, ਪਰ ਸਤਿਗੁਰੂ ਜੀ ਤੁਸੀਂ ਤਪੇ ਨਹੀਂ, ਤੁਸੀਂ ਹਰ ਅਵਸਥਾ ਹਰ ਸਮੇਂ ਦੇ ਅੰਦਰ ਅਡੋਲ ਅਵਸਥਾ ਦੇ ਵਿੱਚ ਰਹੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਵੇਲੇ ਗੁਰਤਾ ਗੱਦੀ ਤੇ ਬਹਿੰਦੇ ਨੇ, ਇਤਿਹਾਸ ਲਿਖਦਾ ਹੈ ਅਕਬਰ, ਉਹ ਆਪਣੇ ਅਕਬਰਨਾਮਾ ਦੇ ਅੰਦਰ ਜ਼ਿਕਰ ਕਰਦਾ ਹੈ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਭਾਈ ਜੇਠਾ ਜੀ, ਭਾਈ ਗੁਰਦਾਸ ਜੀ ਉਹ ਪੋਥੀ ਸਾਹਿਬ ਲੈ ਕੇ ਅਕਬਰ ਦੇ ਦਰਬਾਰ ਵਿੱਚ ਜਾਂਦੇ ਨੇ। ਗੱਲ ਚੱਲਦੀ ਹੈ ਵੀ ਇਹਨਾਂ ਨੇ ਜਿਹੜੀ ਪੋਥੀ ਲਿਖੀ ਹੈ, ਬਾਣੀ ਜਿਹੜੀ ਉਚਾਰਨ ਕੀਤੀ ਹੈ, ਉਹਦੇ ਵਿੱਚ ਮੁਸਲਮਾਨਾਂ ਦੇ ਖਿਲਾਫ, ਮੁਸਲਮਾਨ ਧਰਮ ਇਸਲਾਮ ਦੇ ਖਿਲਾਫ ਬਹੁਤ ਕੁਝ ਮਾੜਾ ਲਿਖਿਆ। ਪਰ ਜਦੋਂ ਅਕਬਰ ਉਹ ਬਾਣੀ ਦੇ ਬਚਨ ਸੁਣਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪੋਥੀ ਦੇ ਚਰਨਾਂ ਦੇ ਵਿੱਚ, ਪੋਥੀ ਰੂਪ ਵਿੱਚ ਸਾਹਿਬ ਜੀ ਉਸ ਵੇਲੇ ਸਨ, ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸੀਸ ਝੁਕਾ ਕੇ ਕਹਿੰਦਾ ਹੈ ਵੀ ਇਹ ਜਿਹੜਾ ਗ੍ਰੰਥ ਹੈ, ਇਹ ਜਿਹੜੀ ਪੋਥੀ ਹੈ, ਇਹ ਸਿਜਦੇ ਦੇ ਕਾਬਿਲ ਹੈ। ਆਪਣੇ ਪੱਲਿਓ ਉਹ ਕੁਝ ਮੋਹਰਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪੋਥੀ ਸਾਹਿਬ ਜੀ ਨੂੰ ਸਿਜਦਾ ਕਰਦਿਆਂ ਭੇਟਾ ਵਿੱਚ ਦਿੰਦਾ। ਇੱਥੇ ਕਹਿੰਦੇ ਨੇ ਇਤਿਹਾਸ ਲਿਖਦਾ ਅਕਬਰਨਾਮਾ ਦੇ 2514 ਨੰਬਰ ਪੇਜ ਤੇ ਲਿਖਿਆ ਵੀ ਜਿਸ ਵੇਲੇ ਇਹ ਲਾਹੌਰ ਤੋਂ ਆਗਰੇ ਵੱਲ ਆ ਰਿਹਾ ਸੀ, ਆਉਂਦਿਆਂ ਹੋਇਆਂ ਜਦੋਂ ਇਹ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਰੁਕਿਆ, ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੀਦਾਰ ਕਰਨ ਲਈ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਪਰ ਜਿਸ ਵੇਲੇ ਅਕਬਰ ਦੀ ਮੌਤ ਹੋਈ, ਅਕਬਰ ਚਾਹੁੰਦਾ ਸੀ ਵੀ ਇਹਦਾ ਪੁੱਤਰ ਖੁਸਰੋ ਗੱਦੀ ਤੇ ਬੈਠੇ, ਪਰ ਅਕਬਰ ਦੇ ਨਾਲ ਉਹ ਪਿਤਾ ਦੀ ਗੱਲ ਨਾ ਮੰਨਦਿਆਂ ਹੋਇਆਂ ਜਹਾਂਗੀਰ ਜਿਹੜਾ ਸੀ ਉਹ ਆਪਣੇ ਪਿਤਾ ਦੀ ਗੱਲ ਨੂੰ ਕੱਟਦਿਆਂ ਤੇ ਆਪਣੀ ਇਸ ਸੰਸਾਰ ਦੀ ਬਾਦਸ਼ਾਹਤ ਨੂੰ ਮੰਨਦਾ ਹੈ। ਅਕਬਰ ਤੋਂ ਬਾਅਦ ਜਹਾਂਗੀਰ ਇਸ ਤਖਤੇ ਤੇ ਬੈਠਦਾ ਹੈ। ਜਿਸ ਵੇਲੇ ਉਹ ਤਖਤ ਤੇ ਬਹਿੰਦਾ ਹੈ, ਜਿਸ ਵੇਲੇ ਉਹ
इत्थों दी बादशाही दे तिलक नूं अपने मत्थे ते लांदा है। उस वेले हुक्म करदा है, उन्हें तुझ के जहांगीरी दे अंदर लिखिया बचन, वो कहंदा भी एक झूठ दी दुकान जिहड़ी बड़ी लंबे समय तो मैं जिन्हों वेख रहा सां गोइंदवाल साहब की धरती ते, एक गुरु नानक साहब जी के समय तो चलती आ रही है, जिस दुकान के उपर अनेकां हिंदू ते अनेकां भुले हुए मुसलमान वो गुरु नानक दे घर दे श्रद्धालु बन के गुरु नानक दी सिੱਖੀ विच जुड़ते जा रहे ने। मैं बड़े लंबे समय तो इस गल की फिराक विच सा भी किसी तरीके नाल दुकान बंद की जाए। यही कारण सी उन्हें धन गुरु अर्जुन देव पातशाह जी नूं शहीद करन दे लई सतगुरु गुरु अर्जुन देव पातशाह जी उन्हां दी गिरफ्तारी दे लई वारंट जारी कीते, गिरफ्तारी दा हुक्म कीता। मुर्तजा खां जिंदा संबंध नक्शबंदियां नाल जुड़दा है। ध्यान देनो, पहला कारण, हुण असीं थोड़ा जिहा कारणा वल आइए साध संगत जी। कारण की सन? वेखो, पहला ते भी गुरु अर्जन साहब जी नूं बड़े यत्न कीते गए तपाण दे, पर शीतलता दे पुंज धन गुरु अर्जुन देव पातशाह जी हर अवस्था विच अडोल रहे, करते दे हुक्म विच चलदे रहे। उन्हां ने सतगुरु अकाल पुरख दे इन्हां अमृत बचनां नूं जिहड़े मेरे साहब ने अपनी रसना तो कहे कि इस संसार दे अंदर तेरा किया मीठा लागे हर नाम पदार्थ नानक मांगे, उन्हां ने कदी इन्हां पंक्तियां नूं अपने तो दूर नहीं, जुदा नहीं होण दिता। साहब ने जिहड़े बचन कहे बाणी विच, उन्हां नूं किवें अपने जीवन विच कमा के साडे सामने पूरने पा के दसे ने। ये साध संगत जी, साडे जीवन दे अंदर बाणी नूं कमाण दी कसवट्टी सतगुर ने रखी भी किवें कमाया जांदा है। अपने आपे दा अपने आपे नूं वार के भी तू सतगुर दे बचनां तो कदी दूर ना होई। जे सतगुर दे बचनां तो दूर हो गया, सच जानी तू जीवन नहीं जिएगा, तेरा जीवन ही जींदियां जी नरक बन जाएगा, ये दुखां दी पंड बन जाएगा। सब बाणी विच इन्हां बचनां नूं ताकीद करदे ने। सब जी कहंदे ने जिस वेले पहला कारण धन गुरु अर्जुन देव पातशाह जी की शहादत का, जिहड़े साध संगत जी चंदू सिंह इतिहास लिखदा, इनकी बच्ची जदों तक बाल हरगोबिंद राय जी जवानी दे विच कदम रखते ने, ते सतगुरु पातशाह जी की बच्ची सतगुरु गुरु हरगोबिंद पातशाह जी का रिश्ता जिहड़ा चंदू के दरबार विचों पुरोहित चलिया है, वो अमृतसर की धरती ते आके धन गुरु हरगोबिंद साहब पातशाह बाल गुरु हरगोबिंद राय साहब जी नाल रिश्ता करके चला जाता है। पर चंदू ये गल कहंदा है संगतां दे सामने, जदों पुरोहित आउंदा है ते पुरोहित नूं कहंदा है तू मैल दी इट मोरी नूं ला के आ गया है, भाव बड़े साडा खानदान बड़ा उच्चा है ते साडे उच्चे खानदान दा रिश्ता तू धन गुरु नानक साहब जी दे घर, जिन्हों सोने मोरी कह के मुखातब किया, तू उनके घर विच उस मोरी नूं इट ला के आ गए। गुरु के प्यार वाले उस दरबार विच सन। उन्होंने गुरु अर्जन साहब जी नूं बेनती की भी सतगुरु ये सब कुछ चंदू ने अपनी जुबान तो किया है, तुसी इस दी बच्ची का रिश्ता ना करो। गुरु अर्जुन देव पातशाह जी ने उस वेले चंदू की बच्ची के रिश्ते तो मना किया। हुण चंदू अंदरों बलदा पिया सी, चाहता सी कोई तरीका कोई ढंग जिस कारण मैं गुरु अर्जुन देव पातशाह जी नूं इस कर्म की सज़ा दे सकां। उन्हें बड़ियां चुगलियां कीतियां दरबार दे विच जाके। चंदू एक कारण सी, चंदू सह कारण है। असी चंदू नूं इस गल तो पासे नहीं कर सकते, क्योंकि अज बड़े सज्जन ऐसे ने, खास करके जिदन शबील का दिन गुरु अर्जन साहब पातशाह जी की शहादत का दिन होंदा है, बड़े नुकते वाचे जाते ने। क्या जाता है भी चंदू का कोई हाथ नहीं सी धन गुरु अर्जुन देव पातशाह जी की शहादत दे विच। नहीं, चंदू एक कारण है पर सह कारण है। दूसरा कारण नक्शबंदी, जिन्ना मुर्तजा खां जिहड़ा गुरु अर्जुन देव पातशाह जी नूं जिन्होंने गिरफ्तारी का हुक्म दिता गया सी जहांगीर वालों, ये नक्शबंदियां नाल संबंध रखदा सी। ते नक्शबंदी जिहड़े ने इन्हां दी परंपरा जिहड़ी है ये शेख अहमद सरहंदी तो चलदी है। शेख अहमद सरहंदी ये असल विच अपने धर्म दे इन्ना कट्टर सी
ਇਹ ਚਾਹੁੰਦਾ ਸੀ ਦੁਨੀਆ ਦੇ ਅੰਦਰ ਕੋਈ ਹੋਰ ਧਰਮ ਜਿਹੜਾ ਉਹ ਰਹਿਣਾ ਹੀ ਨਹੀਂ ਚਾਹੀਦਾ। ਇਸੇ ਕਾਰਨ ਇਹਨੇ ਬੜੇ ਯਤਨ ਕੀਤੇ। ਇਹਨੇ ਆਪਣੇ ਸਮੇਂ ਦੇ ਅੰਦਰ ਰਾਮ ਕ੍ਰਿਸ਼ਨ ਆਦਿ ਜੋ ਹਿੰਦੂਆਂ ਦੇ ਪੂਜਕ ਹਨ, ਇਹਨਾਂ ਸਾਰਿਆਂ ਨੂੰ ਇਹਨਾਂ ਨੇ, ਇਹ ਸ਼ੇਖ ਸਹਿਮਦ ਸਰਹੰਦੀ ਨੇ ਆਖਿਆ ਉਹ ਅੱਲਾ ਦੀ ਕਮੀਨਾ ਮਖਲੂਕ ਹਨ। ਭਾਵ ਇਹ ਸਾਰੇ ਜਿਹੜੇ ਨੇ ਇਹ ਪਰਮਾਤਮਾ ਅੱਲਾਹ ਤਾਲਾ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ, ਇਹ ਸਾਰੇ ਕਮੀਨ ਮਖਲੂਕ ਨੇ। ਭਾਵ ਇਹਨਾਂ ਦਾ ਹੈ ਵੀ ਇਹ ਸਾਰੇ ਨਿੰਦਣਯੋਗ ਨੇ, ਇਹਨਾਂ ਨੂੰ ਨਿੰਦਣਾ ਚਾਹੀਦਾ ਜਿੰਨਾ ਕੋਈ ਨਿੰਦ ਸਕੇ। ਸ਼ੇਖ ਅਹਿਮਦ ਸਰਹੰਦੀ, ਇਹਦੇ ਨਾਲ ਸੰਬੰਧ ਇਹਨਾਂ ਦੇ ਵਿੱਚੋਂ ਸੀ ਮੁਰਤਜ਼ਾ ਖਾਂ, ਜਿਨੇ ਖੁਸਰੋ ਦੀ ਬਗਾਵਤ ਨੂੰ ਦਬਾਇਆ ਸੀ। ਇਤਿਹਾਸ ਲਿਖਦਾ ਖੁਸਰੋ ਜਿਸ ਵੇਲੇ ਜਹਾਂਗੀਰ ਗੱਦੀ ਤੇ ਬਹਿੰਦਾ ਹੈ, ਤਖਤ ਤੇ ਬਹਿੰਦਾ ਹੈ, ਖੁਸਰੋ ਨੇ ਬਗਾਵਤ ਕੀਤੀ ਤੇ ਬਗਾਵਤ ਕਰਨ ਤੋਂ ਬਾਅਦ ਇਹ ਆਪਣੇ ਨਾਲ ਕੁਝ ਅਹਿਲਕਾਰਾਂ ਨੂੰ ਲੈ ਕੇ ਜਦੋਂ ਜਹਾਂਗੀਰ ਨੇ ਇਹਦੀ ਗ੍ਰਿਫਤਾਰੀ ਦਾ ਹੁਕਮ ਕੀਤਾ, ਇਹ ਗੋਇੰਦਵਾਲ ਤੋਂ ਲੰਘਦਿਆਂ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ, ਸਾਹਿਬਾਂ ਦੇ ਚਰਨਾਂ ਵਿੱਚ ਆਇਆ, ਰੁਕਿਆ, ਇਹਨੇ ਉੱਥੇ ਭੋਜਨ ਕੀਤਾ। ਇਹ ਲਿਖਿਆ ਮੁਰਤਜ਼ਾ ਖਾਨ ਨੇ ਦਰਬਾਰ ਵਿੱਚ ਜਾ ਕੇ ਕਿਹਾ ਵੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਤੁਹਾਡੇ ਭਰਾਤਾ ਜਿਹਨੇ ਤੁਹਾਡੇ ਖਿਲਾਫ ਗੱਲ ਚੁੱਕੀ, ਆਵਾਜ਼ ਚੁੱਕੀ, ਇਹਨੇ ਉਹਨੂੰ ਤਿਲਕ ਦਿੱਤਾ ਹੈ। ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਖਿਲਾਫ ਇਹ ਸਭ ਕੁਝ ਬੋਲਣ ਵਾਲਾ ਮੁਰਤਜ਼ਾ ਖਾਂ ਸੀ। ਧਿਆਨ ਦੇਣਾ, ਪਹਿਲਾ ਸ਼ਹਿ ਕਾਰਨ ਚੰਦੂ, ਦੂਜਾ ਕਾਰਨ ਸ਼ੇਖ ਅਹਿਮਦ ਸਰਹੰਦੀ, ਭਾਵ ਜਿਹੜੇ ਨਕਸ਼ਬੰਦੀਏ ਸਨ ਗੁਰੂ ਘਰ ਦੇ ਨਾਲ ਜਾਂ ਦੂਜੇ ਧਰਮਾਂ ਦੇ ਨਾਲ, ਜਿਨ੍ਹਾਂ ਦੀ ਨੇੜਤਾ ਕਿਸੇ ਪਾਸੇ ਨਹੀਂ ਸੀ। ਸ਼ੇਖ ਅਹਿਮਦ ਸਰਹੰਦੀ ਜਿਹੜਾ ਇਸ ਨਕਸ਼ਬੰਦੀ ਸਿਲਸਿਲੇ ਦਾ ਸਭ ਤੋਂ ਵੱਡਾ ਆਗੂ ਸੀ, ਉਹ ਚਾਹੁੰਦਾ ਸੀ ਦੁਨੀਆ ਤੇ ਸਭ ਧਰਮ ਖਤਮ ਕਰਕੇ ਸਿਰਫ ਇਸਲਾਮ ਨੂੰ ਕਾਇਮ ਕੀਤਾ ਜਾਏ, ਸਿਰਫ ਅੱਲਾਹ ਤਾਲਾ ਦੀ ਗੱਲ ਹੋਣੀ ਚਾਹੀਦੀ ਹੈ। ਇਹੀ ਕਾਰਨ ਸੀ ਮੁਰਤਜ਼ਾ ਖਾਨ ਨੇ ਖੁਸਰੋ ਦੀ ਗੱਲ ਨੂੰ ਵਧਾ ਚੜਾ ਕੇ ਜਹਾਂਗੀਰ ਦੇ ਸਾਹਮਣੇ ਕੀਤਾ। ਖੁਸਰੋ ਤੀਜਾ ਕਾਰਨ ਬਣਿਆ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦਾ। ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਚੌਥਾ ਕਾਰਨ, ਧਿਆਨ ਦੇਣਾ, ਜਿਹੜਾ ਸਭ ਤੋਂ ਵੱਡਾ ਕਾਰਨ ਹੈ, ਸਾਧ ਸੰਗਤ ਇਹ ਸਾਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹ ਕਾਰਨ ਸੀ ਜਦੋਂ ਸਾਹਿਬ ਜੀ ਨੇ ਹਰਮੰਦਰ ਸਾਹਿਬ ਜੀ ਦੀ ਉਸਾਰੀ ਹੋ ਗਈ, 1601 ਵਿੱਚ ਮੇਰੇ ਸਤਿਗੁਰ ਨੇ ਅੰਮ੍ਰਿਤਮਈ ਬਾਣੀ ਨੂੰ ਸੰਕਲਿਤ ਕਰਨਾ ਸ਼ੁਰੂ ਕੀਤਾ। 1604 ਵਿੱਚ ਇੱਕ ਲੰਮੇ ਸਮੇਂ ਤੋਂ ਬਾਅਦ ਬਾਣੀ ਨੂੰ ਸੰਕਲਿਤ ਕੀਤਾ ਗਿਆ। ਉਸ ਸਮੇਂ 4 ਜਿਹੜੇ ਭਗਤ ਸਨ ਉਹ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਏ। ਭਗਤ ਕਾਨਾ, ਭਗਤ ਪੀਲੂ, ਭਗਤ ਛੱਜੂ ਤੇ ਭਗਤ ਸ਼ਾਹ ਹੁਸੈਨ, ਇਹਨਾਂ ਚਾਰਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਸਾਡੀ ਬਾਣੀ ਵੀ ਦਰਜ ਕਰੋ। ਹੁਣ ਇਹਨਾਂ ਚਾਰਾਂ ਨੇ ਆਪਣੇ ਬੋਲ ਸੁਣਾਏ, ਪਰ ਬੋਲ ਅੰਮ੍ਰਿਤ ਬਾਣੀ ਤੇ ਕਿਤੇ ਢੁਕਦੇ ਨਹੀਂ ਸਨ, ਬਲਕਿ ਉਹਨਾਂ ਵਿੱਚੋਂ ਸਿਰਫ ਅਹੰਕਾਰ ਦੀ ਬੂ ਆਉਂਦੀ ਸੀ। ਸਾਹਿਬ ਨੇ ਆਖਿਆ ਤੁਹਾਡੀ ਬਾਣੀ ਦਰਜ ਨਹੀਂ ਕੀਤੀ ਜਾ ਸਕਦੀ। ਕਾਨੇ ਨੇ, ਜਿਹੜਾ ਭਗਤ ਕਾਨਾ ਇਹਨਾਂ ਦਾ ਆਗੂ ਸੀ, ਇਹਨੇ ਜਾਣ ਲੱਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਵੀ ਵੇਖਾਂਗਾ ਤੁਸੀਂ ਇਸ ਗ੍ਰੰਥ ਨੂੰ ਕਿਵੇਂ ਸਥਾਪਿਤ ਕਰਦੇ ਹੋ, ਮੈਂ ਜਾ ਕੇ ਲਾਹੌਰ ਤੁਹਾਡੀ ਗੱਲ ਕਰਾਂਗਾ, ਤੁਹਾਡੇ ਖਿਲਾਫ ਗੱਲ ਕਰਾਂਗਾ, ਵੇਖਾਂਗਾ ਤੁਸੀਂ ਕਿਵੇਂ ਇਸ ਗ੍ਰੰਥ ਨੂੰ ਸੰਸਾਰ ਵਿੱਚ ਸਥਾਪਿਤ ਕਰਦੇ ਹੋ। ਖੈਰ ਇਹ ਜਾਂਦਿਆਂ ਰਸਤੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ, ਪਰ ਮੌਤ ਦਾ ਕਾਰਨ ਵੀ ਇਹ ਦੱਸਿਆ ਜਾਂਦਾ ਹੈ ਦਰਬਾਰ ਵਿੱਚ ਜਾ ਕੇ ਵੀ ਗੁਰੂ ਅਰਜਨ ਸਾਹਿਬ ਜੀ ਨੇ ਕਾਨੇ ਨੂੰ ਮਰਵਾਇਆ ਹੈ। ਧਿਆਨ ਦੇਣਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਨੂੰ ਸੰਕਲਿਤ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ, ਬੀੜ ਨੂੰ। ਧਿਆਨ ਦੇਣਾ, ਬਸ ਇਸ ਬਾਣੀ ਨੂੰ ਸੰਕਲਿਤ ਕਰਨਾ, ਇਹਨਾਂ 4 ਭਗਤਾਂ ਦਾ ਆਣਾ ਇੱਕ ਸਭ ਤੋਂ ਵੱਡਾ ਕਾਰਨ ਸੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ। ਔਰ ਦੂਸਰਾ ਕੇਂਦਰੀ ਸਥਾਨ ਪਾਵਨ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਇੱਕ ਕੇਂਦਰੀ ਸਥਾਨ ਸਥਾਪਿਤ ਕਰਨਾ, ਕਿਉਂਕਿ ਗੁਰਮੁਖੋ ਹਕੂਮਤ ਕਦੀ ਵੀ ਨਹੀਂ ਚਾਹੁੰਦੀ ਕਿ ਕੋਈ ਸਾਡੇ ਧਰਮ ਤੋਂ ਦੂਜੇ ਧਰਮ ਦਾ ਬੰਦਾ ਉਹ ਸਾਡੀ ਹਯਾਤੀ ਵਿੱਚ, ਸਾਡੇ ਮੁਲਕ ਦੇ ਅੰਦਰ ਜਿੱਥੇ ਰਾਜ ਸਾਡਾ ਹੈ, ਉੱਥੇ ਕੋਈ ਆਪਣਾ ਕੇਂਦਰੀ ਸਥਾਨ ਤੇ ਕੋਈ ਆਪਣਾ ਧਾਰਮਿਕ ਗ੍ਰੰਥ ਸਥਾਪਿਤ ਕਰ ਦੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹਨਾਂ ਨੇ ਕੇਂਦਰੀ ਸਥਾਨ ਹਰਮੰਦਰ ਸਾਹਿਬ ਦਿੱਤਾ। ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਿੱਖਾਂ ਨੂੰ ਦਿੱਤੀ। ਧਿਆਨ ਦੇਣਾ, ਇਹ ਸਭ ਤੋਂ ਵੱਡੇ 2 ਕਾਰਨ ਸਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ। ਤੀਜਾ ਕਾਰਨ ਸੀ ਖੁਸਰੋ ਦੀ ਬਗਾਵਤ,
ਚੌਥਾ ਕਾਰਨ ਸੀ ਜਿਹੜਾ ਨਕਸ਼ਬੰਦੀਏ ਸਨ ਸ਼ੇਖ ਅਹਿਮਦ ਸਰਹੰਦੀ, ਉਹਨਾਂ ਦੇ ਵਿੱਚੋਂ ਫਿਰ ਮੁਰਤਜ਼ਾ ਖਾਂ ਜਿਹੜਾ ਉਸ ਵੇਲੇ ਜਹਾਂਗੀਰ ਦਾ ਸਭ ਤੋਂ ਨੇੜੇ ਦਾ ਆਗੂ ਸੀ। ਤੇ ਪੰਜਵਾਂ ਕਾਰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦਾ, ਉਹ ਜਹਾਂਗੀਰ ਦਾ ਆਪਣਾ ਤਵੱਸਬ ਸੀ। ਉਹ ਅਸਲ ਵਿੱਚ ਚਾਹੁੰਦਾ ਸੀ, ਵੈਸੇ ਉਹਦਾ ਭਗਤਾਂ ਨਾਲ ਜਿਹੜੇ ਸਾਧੂ ਸਨ ਉਹਨਾਂ ਨਾਲ ਪਿਆਰ ਬੜਾ ਸੀ, ਪਰ ਉਹ ਚਾਹੁੰਦਾ ਸੀ ਵੀ ਇਹ ਜਿਹੜੇ ਭਗਤੀ ਕਰਨ ਵਾਲੇ ਸਾਧੂ ਨੇ ਇਹ ਸੰਸਾਰ ਤੋਂ ਉਪਰਾਮ ਹੀ ਰਹਿਣ, ਇਹਨਾਂ ਦਾ ਸੰਸਾਰ ਦੀ ਲੋਕਾਈ ਦੇ ਲੋਕਾਂ ਦੇ ਜੀਵਨ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਣਾ ਚਾਹੀਦਾ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਸਮਸਤ ਲੋਕਾਈ ਚੁੱਕਦੀ ਏ, ਉਹਨਾਂ ਨੂੰ ਪ੍ਰਤੱਖ ਹਰ ਕਰਕੇ ਲੋਕ ਸੀਸ ਝੁਕਾਉਂਦੇ ਨੇ। ਇਹੀ ਕਾਰਨ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਸਾਰੇ ਕਾਰਨਾਂ ਕਰਕੇ ਮੇਰੇ ਸਤਿਗੁਰਾਂ ਨੂੰ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਹਨਾਂ ਦੇ ਮਾਲ ਅਸਬਾਬ ਦੇ ਸਮੇਤ, ਪਰਿਵਾਰ ਦੇ ਸਮੇਤ ਗ੍ਰਿਫਤਾਰੀ ਦਾ ਹੁਕਮ ਦਿੱਤਾ ਜਾਂਦਾ ਹੈ। ਮੁਰਤਜ਼ਾ ਖਾਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਗ੍ਰਿਫਤਾਰ ਕਰਨ ਆਉਂਦੇ ਨੇ। ਸਹਿਬ ਆਪਣੇ ਪਰਿਵਾਰ ਨੂੰ ਇੱਥੇ ਕਹਿ ਕੇ ਵੀ ਅਸੀਂ ਜਾ ਰਹੇ ਹਾਂ, ਸੀਸ ਸਾਡਾ ਲੱਗਣਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗੁਰਦਾ ਗੱਦੀ ਦੀ ਜ਼ਿੰਮੇਵਾਰੀ ਦੇ ਕੇ ਸਤਿਗੁਰ ਲਾਹੌਰ ਸ਼ਹਾਦਤ ਲਈ ਚਾਲੇ ਪਾਉਂਦੇ ਨੇ। ਇੱਥੇ ਸਤਿਗੁਰਾਂ ਨੂੰ 5 ਦਿਨ ਲਗਾਤਾਰ ਤਸੀਹੇ ਦਿੱਤੇ ਗਏ। ਇਹਨਾਂ 5 ਦਿਨਾਂ ਦੇ ਅੰਦਰ 3 ਤਰ੍ਹਾਂ ਦੇ ਤਸੀਹੇ ਜਿਹੜੇ ਸਤਿਗੁਰੂ ਨੂੰ ਦਿੱਤੇ ਗਏ। ਪਹਿਲਾ ਤਸੀਹਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹਨਾਂ ਨੂੰ ਪਹਿਲੇ ਦਿਨ ਪਾਣੀ ਗਰਮ ਕਰਕੇ ਦੇਗ ਪਾਣੀ ਦੀ ਉਬਾਲ ਕੇ ਉਹਦੇ ਵਿੱਚ ਸਤਿਗੁਰਾਂ ਨੂੰ ਬਿਠਾਇਆ ਗਿਆ। ਪੂਰੇ ਸਰੀਰ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਤਨ ਤੇ ਫਲੂਏ ਬਣ ਗਏ। ਜਦੋਂ ਤਨ ਨੂੰ ਗਰਮ ਪਾਣੀ ਲੱਗਦਾ ਹੈ, ਸਰੀਰ ਫੁੱਲ ਜਾਂਦਾ, ਉਹਨਾਂ ਵਿੱਚ ਪਾਣੀ ਭਰ ਜਾਂਦਾ ਹੈ। ਦੂਜੇ ਦਿਨ ਸਤਿਗੁਰੂ ਪਾਤਸ਼ਾਹ ਜੀ ਨੂੰ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਹਨਾਂ ਦੇ ਤਨ ਤੇ ਗਰਮ ਰੇਤ ਦੇ ਕੜਾਹੇ ਪਾਏ ਗਏ। ਫਿਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਹਨਾਂ ਨੂੰ ਤਤੀ ਤਵੀ ਤੇ ਬਿਠਾ ਕੇ ਤਨ ਦੇ ਉੱਤੇ ਗਰਮ ਰੇਤ ਪਾਈ ਗਈ। ਇਹ 5 ਦਿਨ ਸਤਿਗੁਰਾਂ ਨੂੰ ਤਸੀਹੇ ਦੇਣ ਤੋਂ ਬਾਅਦ 5ਵੇਂ ਦਿਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਰਾਵੀ ਨਦੀ ਦੇ ਪਾਣੀ ਦੇ ਅੰਦਰ, ਇਹ ਕਿਹਾ ਜਾਂਦਾ ਹੈ ਵੀ ਇਸ਼ਨਾਨ ਕਰਨ ਦੇ ਲਈ ਲੈ ਕੇ ਗਏ। ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਆਪ ਨੂੰ ਉਸ ਕਰਤੇ ਪਰਿਪੂਰਨ ਪਰਮਾਤਮਾ ਦੇ ਅੰਦਰ, ਜੋਤ ਦੇ ਅੰਦਰ ਜੋਤ ਮਿਲਾ ਕੇ ਸਤਿਗੁਰੂ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਇਹ 5 ਦਿਨ ਇਹਨਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਉਹ ਕਹਿੰਦੇ ਨੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮ੍ਰਿਗ ਜਿਉ ਭੀੜ ਭਈ ਚਿਤ ਅਵਰ ਨਾ ਜਾਣੀ, ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਬਿਹਾਣੀ, ਗੁਰ ਉਪਦੇਸ਼ ਨਾ ਵਿਸਰੈ ਬਾ ਬੀਹੇ ਜਿਉ ਆਖ ਵਖਾਣੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੇ ਅਰਜਨ ਵਿਟੋਂ ਕੁਰਬਾਨੀ, ਸਤਿਗੁਰ ਤੁਹਾਡੇ ਤੋਂ ਕੁਰਬਾਨ ਜਾਨਾ। ਜਿਵੇਂ ਮਛਲੀ ਪਾਣੀ ਵਿੱਚ ਰਹਿੰਦਿਆਂ ਉਹ ਪਾਣੀ ਦੇ ਵਿੱਚ ਆਪਣੀ ਕੁਲੀਨ ਕੁੱਲ ਤੋਂ ਨਿਰਲੇਪ ਰਹਿੰਦੀ, ਪਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਤੁਸੀਂ ਅੰਮ੍ਰਿਤ ਬਾਣੀ ਦੇ ਵਿੱਚ ਇੰਨੇ ਜੁੜੇ, ਅੰਮ੍ਰਿਤ ਬਾਣੀ ਨੂੰ ਜੀਵਨ ਬਣਾਇਆ। ਮੇਰੇ ਸਤਿਗੁਰ ਜੀ, ਤੁਸੀਂ ਆਪਣੇ ਤਨ ਦਾ ਠੀਕਰ ਭੰਨ ਕੇ ਵੀ ਸੰਸਾਰ ਦੀ ਝੋਲੀ ਦੇ ਵਿੱਚ ਨਿਆਮਤਾਂ ਪਾਈਆਂ। ਇੱਕ ਅਦੀਬ ਨੇ ਬਹੁਤ ਪਿਆਰੇ ਬੋਲ ਲਿਖੇ, ਮੈਂ ਕਹਿ ਕੇ ਸਮਾਪਤੀ ਕਰਨੀ ਹੈ। ਉਹ ਕਹਿੰਦਾ, ਜਿਸ ਦੇ ਸੀਸ ਤੇ ਕਦੇ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾਰਿਆ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਗਾਰਿਆ ਸੀ, ਪਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾਰਿਆ ਸੀ। ਉਹ ਕਹਿੰਦਾ, ਸੀਨਾ ਜਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾਰਿਆ ਸੀ, ਕਹਿਣਾ ਸੌਖਾ ਤੇ ਸੁਣਨਾ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਇਹ ਤੇ ਆਤਮਾ ਹੀ ਰੱਬ ਦੀ ਸੀ, ਤਤੀ ਤਵੀ ਤੇ ਸੁਖਮਣੀ ਗਾਣ ਵਾਲੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੰਨੀ ਅੰਦਰੋਂ ਸ਼ੀਤਲਤਾ ਨਾਲ ਭਰੇ ਸਾਚੇ ਸਾਈਂ ਮੀਆਂ ਮੀਰ ਨੇ ਜਿੱਦਣ ਸਤਿਗੁਰਾਂ ਦੇ ਤਨ ਨੂੰ ਵੇਖਿਆ ਸੀ, ਤਨ ਤੇ ਫਲੂਏ, ਚਮੜੀ ਸਤਿਗੁਰਾਂ ਦੀ ਤਨ ਹੱਡੀਆਂ ਤੋਂ ਵੱਖ, ਤੇ ਅੰਦਰੋਂ ਚੀਕਾਂ ਮਾਰ ਕੇ ਰੋ ਪਿਆ ਸੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਨਮੁਖ। ਤੇ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਉੱਥੇ ਇੱਕ ਉਪਦੇਸ਼ ਦਿੰਦੇ ਨੇ, ਸਾਈ ਮੀਆਂ ਮੀਰ ਛੋਡੋ ਪ੍ਰੀਤੀ ਚਾਮ ਸੇ,
क्या हुआ तन तप रहा हम शांत है हरि नाम से। की होया तन सड़दा पिया है, पर ਅਸੀਂ परमात्मा रब्बी नाम ਵਿੱਚ ਜੁੜਿਆ, ਅੰਦਰੋਂ ਸ਼ਾਂਤ ਹਾਂ। ਸੱਚ ਵਿੱਚ ਸਿੱਖ ਧਰਮ ਦੇ ਅੰਦਰ ਦੋ ਤਰ੍ਹਾਂ ਦੀ ਸ਼ਹਾਦਤ ਹੈ, ਇੱਕ ਸ਼ਾਂਤਮਈ ਸ਼ਹਾਦਤ ਤੇ ਦੂਜੀ ਸੁਰਮਤਾਈ ਦੀ ਮੈਦਾਨੇ ਜੰਗ ਵਿੱਚ ਜੂਝਦਿਆਂ ਦੀ ਸ਼ਹਾਦਤ। ਸ਼ਾਂਤਮਈ ਸ਼ਹਾਦਤ ਇਹ ਆਪਣੇ ਆਪ ਵਿੱਚ ਬਹੁਤ ਉੱਚੀ ਸ਼ਹਾਦਤ ਹੈ, ਜਿੰਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਪੂਰਨੇ ਪਾਏ। ਗੁਰੂ ਦੀ ਸ਼ਹਾਦਤ ਨੂੰ ਆਪਣੇ ਜੀਵਨ ਦੇ ਵਿੱਚ ਸਮਝ ਕੇ ਆਪਣੇ ਤਨ ਦੇ ਠੀਕਰ ਸ਼ਾਂਤਮਈ ਢੰਗ ਦੇ ਨਾਲ ਕਈ ਗੁਰਸਿੱਖਾਂ ਨੇ ਫਿਰ ਆਉਣ ਵਾਲੇ ਸਮੇਂ ਵਿੱਚ ਭੰਨੇ, ਆਉਣ ਵਾਲੇ ਸਮੇਂ ਵਿੱਚ ਇਹ ਸ਼ਹਾਦਤ ਦੀਆਂ ਗਵਾਹੀਆਂ ਦਿੱਤੀਆਂ। ਐਸੇ ਸਤਿਗੁਰ ਜੀ ਜਿਨ੍ਹਾਂ ਦਾ ਆਪਾਂ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ, ਸਤਿਗੁਰਾਂ ਦੀ ਸ਼ਹਾਦਤ ਨੂੰ ਸਿਜਦਾ ਕਰੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਬਾਣੀ ਨਾਲ ਜੁੜਨ ਦੀ ਦਾਤ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਰਨ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਸਾਧ ਸੰਗਤ। ਵਾਹਿਗੁਰੂ ਜੀ ਕਾ ਖਾਲਸਾ।